ਇਮੀਗ੍ਰੇਸ਼ਨ ਗੁਰੂ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ, ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ। ਇੱਕ ਵਾਰ ਫੇਰ ਤੁਹਾਡੇ ਲਈ ਨਵੀਆਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੋਏ ਹਾਂ। ਅੱਜ ਮੇਰੇ ਨਾਲ ਫੇਰ ਸਟੂਡੀਓ ਵਿੱਚ ਹਾਜ਼ਰ ਨੇ ICC ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ, ਤੇ ਉਹਨਾਂ ਦੇ ਨਾਲ ਕੁਝ ਖਾਸ ਗੱਲਬਾਤ ਕਰਾਂਗੇ ਇਮੀਗ੍ਰੇਸ਼ਨ ਦੀਆਂ ਨਵੀਆਂ ਅਪਡੇਟਸ ਬਾਰੇ। ਮਨੂ ਜੀ, ਤੁਹਾਡਾ ਸਵਾਗਤ ਹੈ ਜੀ। ਸਿਮਰਤ ਜੀ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਵਿਊਅਰਸ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਮਨੂ ਦੱਤਾ ਐਂਡ RD ਰਿਪੁਦਮ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ, ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ 에ਅਰ। ਸਿਮਰਤ ਜੀ, ਥੈਂਕ ਯੂ ਜੀ। ਅੱਛਾ ਮਨੂ ਜੀ, ਆਪਾਂ ਸ਼ੁਰੂ ਕਰਦੇ ਹਾਂ। ਆਪਾਂ ਪਿਛਲੇ ਐਪੀਸੋਡ 'ਚ ਵੀ ਗੱਲ ਕੀਤੀ ਸੀ, ਪਬਲਿਕ ਪੋਲਿਸੀ ਕਾਫੀ ਚਰਚਾ ਦੇ ਵਿੱਚ ਹੈ, ਤੇ ਉਹਦੇ ਵਿੱਚ ਕੀ ਹੁਣ ਨਵੀਂ ਅਪਡੇਟਸ ਆਈ ਹੈ? ਮੇਰੇ ਖਿਆਲ ਉਹਦੇ ਕੁਝ ਵੀ ਐਕਸਟੈਂਸ਼ਨ ਵਗੈਰਾ ਹੋ ਗਈ। ਬਿਲਕੁਲ ਸਿਮਰਤ ਜੀ, ਅਸੀਂ ਲਾਸਟ ਟਾਈਮ ਵੀ ਗੱਲ ਕਰਦੇ ਸੀਗੇ ਕਿ ਐਕਸਟੈਂਸ਼ਨ ਜ਼ਰੂਰੀ ਹੈਗੀ। ਉਹਦਾ ਰੀਜ਼ਨ ਬੜਾ ਸਿੰਪਲ ਸੀਗਾ ਕਿ ਇਸ ਟਾਈਮ ਤੇ ਵੀ ਕੈਨੇਡਾ ਦੇ ਵਿੱਚ 8.5 ਲੱਖ ਵੈਕੈਂਸੀਜ਼ ਐਗਜ਼ਿਸਟ ਕਰਦੀਆਂ ਪਈਆਂ। ਸੋ 8.5 ਲੱਖ ਵੈਕੈਂਸੀਜ਼ ਦਾ ਮਤਲਬ ਹੈ ਕਿ ਪੈਂਡੈਮਿਕ ਤੋਂ ਬਾਅਦ, ਰਿਸੈਸ਼ਨ ਤੋਂ ਬਾਅਦ, ਇੰਟਰਸਟ ਰੇਟ ਵਧਣ ਤੋਂ ਬਾਅਦ ਵੀ ਜੇ ਕੰਪਨੀਜ਼ ਪ੍ਰੋਫਿਟ ਵੱਲ ਜਾਣਾ ਜਾਂ ਐਕਸਪੈਂਸ਼ਨ ਵੱਲ ਜਾਣਾ ਹੈਗਾ ਤੇ ਉਹਨਾਂ ਨੂੰ ਲੇਬਰ ਫੋਰਸ, ਵਰਕ ਫੋਰਸ ਦੀ ਰਿਕੁਆਇਰਮੈਂਟ ਹੈਗੀ ਹੈ। ਸੋ ਇਸ ਟਾਈਮ ਵਰਕ ਫੋਰਸ ਜਿਹੜੀ ਹੈਗੀ ਹੈ ਉਹ ਕਿੱਥੋਂ ਆਣੀ ਹੈਗੀ ਹੈ? ਬਿਕੋਜ਼ ਵਿਦਨ ਕੈਨੇਡਾ ਜਿਹੜੇ ਲੋਕੀ ਆਏ ਹੋਏ ਨੇ ਉਹ ਤੇ ਰਾਈਟ ਵੇ ਅਵੇਲੇਬਲ ਹੋ ਸਕਦੇ ਨੇ ਕੰਮ ਕਰਨ ਵਾਸਤੇ। ਸੋ ਆ ਪਬਲਿਕ ਪੋਲਿਸੀ ਸਿਮਰਤ ਜੀ ਸ਼ੁਰੂ ਵੀ ਤੁਹਾਨੂੰ ਯਾਦ ਹੋਏਗਾ ਅਗਸਤ 2020 ਦੇ ਵਿੱਚ ਐਸੇ ਕਰਕੇ ਸ਼ੁਰੂ ਕੀਤੀ ਗਈ ਸੀ, ਬਿਕੋਜ਼ ਉਸ ਟਾਈਮ ਤੇ ਪੈਂਡੈਮਿਕ ਕਰਕੇ ਬਾਹਰੋਂ ਕੋਈ ਆ ਨਹੀਂ ਰਿਹਾ ਸੀਗਾ ਤੇ ਵਿਦਨ ਕੈਨੇਡਾ ਜਿਹੜੇ ਲੋਕ ਸੀਗੇ ਉਹ ਇਹਦੇ ਵਾਸਤੇ ਐਲੀਜੀਬਲ ਹੋ ਸਕਦੇ ਸੀਗੇ। ਸੋ ਉਹ ਉਦੋਂ ਇਹ ਇਨੀਸ਼ੀਏਟਿਵ ਸੀਗਾ। ਸੋ ਹੁਣ ਫਾਈਨਲੀ 2 ਸਾਲ ਦੀ ਐਕਸਟੈਂਸ਼ਨ ਦੇ ਦਿੱਤੀ ਗਈ ਹੈ। ਸੋ ਹੁਣ ਇਹ ਪਬਲਿਕ ਪੋਲਿਸੀ ਜਿਹੜੀ ਹੈਗੀ 28 ਫਰਵਰੀ 2025 ਤੱਕ ਐਗਜ਼ਿਸਟ ਕਰ ਰਹੀ ਹੈ। ਸੋ 2025 ਤੱਕ ਜੇ ਤੁਸੀਂ ਕੈਨੇਡਾ ਆਉਂਦੇ ਪਏ ਹੋ, ਵਿਦਨ ਕੈਨੇਡਾ ਜੇ ਕੋਈ ਤੁਹਾਨੂੰ ਜੌਬ ਆਫਰ ਦਿੰਦਾ, LMIA ਦਿੰਦਾ ਹੈਗਾ, ਤੇ ਵਿਦਆਊਟ ਲੀਵਿੰਗ ਦਾ ਕੰਟਰੀ, ਈਵਨ ਜਦੋਂ ਫਲੈਗ ਪੋਲਿੰਗ, ਦੋ ਤਰੀਕੇ ਹੁੰਦੇ ਨੇ ਸਿਮਰਤ ਜੀ। ਇੱਕ ਤਾਂ ਫਲੈਗ ਪੋਲਿੰਗ ਹੁੰਦਾ, ਫਲੈਗ ਪੋਲਿੰਗ ਦੇ ਵਿੱਚ ਵੀ ਤੁਸੀਂ ਕੰਟਰੀ ਲੀਵ ਕਰਦੇ ਹੋ ਟੈਕਨੀਕਲੀ। ਤੁਸੀਂ ਕੈਨੇਡਾ ਤੋਂ US ਜਾਂਦੇ ਹੋ, US ਤੋਂ ਬਾਰਡਰ ਤੋਂ ਫਿਰ ਵਾਪਸ ਆ ਜਾਂਦੇ ਹੈਗੇ ਉਹ ਪੋਰਟ ਆਫ ਐਂਟਰੀ ਤੋਂ, ਐਂਡ ਫਿਰ ਆ ਕੇ ਆਪਣੇ ਪੇਪਰਸ ਪ੍ਰੈਜ਼ੈਂਟ ਕਰਦੇ ਹੋ। ਸੋ ਉਹ ਲੀਵਿੰਗ ਦਾ ਕੰਟਰੀ ਹੋ ਗਿਆ। ਸੋ ਵਿਦਆਊਟ ਲੀਵਿੰਗ ਦਾ ਕੰਟਰੀ ਮਤਲਬ ਆਨਲਾਈਨ ਐਪਲੀਕੇਸ਼ਨ ਜਾ ਸਕਦੀ ਹੈ, ਪੇਪਰ ਐਪਲੀਕੇਸ਼ਨ ਜਾ ਸਕਦੀ ਹੈ, ਤੇ ਵਿਦਨ ਕੈਨੇਡਾ ਤੁਸੀਂ ਵਰਕ ਪਰਮਿਟ ਵਾਸਤੇ ਐਲੀਜੀਬਿਲਿਟੀ ਤੁਹਾਡੀ ਬਣ ਸਕਦੀ ਹੈ। ਸੋ ਦਿਸ ਇਜ਼ ਅ ਵੈਰੀ ਵੈਰੀ ਗੁੱਡ ਇਨੀਸ਼ੀਏਟਿਵ, ਐਂਡ ਆਈ ਥਿੰਕ ਗਵਰਨਮੈਂਟ ਨੇ ਇਨੀਸ਼ੀਏਟਿਵ ਲਿੱਤਾ ਵੀ ਇਸੇ ਕਰਕੇ ਹੈਗਾ ਬਿਕੋਜ਼ ਜਿਹੜੇ ਦੋਸਤ ਸਾਡੇ ਕੈਨੇਡਾ ਆਏ ਹੋਏ ਨੇ ਜਾਂ ਲੇਬਰ ਦੇ ਵਿੱਚ ਕੰਮ ਕਰਨ ਵਾਸਤੇ ਤਿਆਰ ਹੈਗੇ ਨੇ ਜਾਂ ਵਰਕ ਫੋਰਸ ਦੇ ਵਿੱਚ ਕੰਮ ਕਰਨ ਵਾਸਤੇ ਤਿਆਰ ਹੈਗੇ ਨੇ, ਉਹਦਾ ਐਡਵਾਂਟੇਜ ਲੈ ਸਕਦੇ ਨੇ। 5 ਇੰਡਸਟਰੀਜ਼ ਇਹੋ ਜਿਹੀਆਂ ਆਈਡੈਂਟੀਫਾਈ ਕੀਤੀਆਂ ਗਈਆਂ ਸਿਮਰਤ ਜੀ। ਸਭ ਤੋਂ ਪਹਿਲਾਂ ਤਾਂ ਹੈਲਥ ਕੇਅਰ ਦੇ ਵਿੱਚ 1.5 ਲੱਖ ਦੇ ਆਸ-ਪਾਸ ਵੈਕੈਂਸੀਜ਼ ਹੈਗੀਆਂ। ਠੀਕ ਹੈ। ਦੂਸਰੀ ਜੇ ਹਸਪਿਟੈਲਿਟੀ ਸੈਕਟਰ ਦੀ ਗੱਲ ਕਰੀਏ, ਰੈਸਟੋਰੈਂਟ ਇੰਡਸਟਰੀ ਦੀ, ਹੋਟਲ ਇੰਡਸਟਰੀ ਦੀ, ਤੇ ਉਹਦੇ ਵਿੱਚ 1 ਲੱਖ ਤੋਂ ਜ਼ਿਆਦਾ ਵੈਕੈਂਸੀਜ਼ ਅੱਜ ਵੀ ਐਗਜ਼ਿਸਟ ਕਰ ਰਹੀਆਂ ਹੈਗੀਆਂ। ਉਸ ਤੋਂ ਬਾਅਦ ਫੂਡ ਮੈਨੂਫੈਕਚਰਿੰਗ ਦੇ ਵਿੱਚ, ਫੂਡ ਪ੍ਰੋਸੈਸਿੰਗ ਦੇ ਵਿੱਚ ਲੱਖ ਤੋਂ ਉੱਪਰ ਵੈਕੈਂਸੀਜ਼ ਹੈਗੀਆਂ। ਉਸ ਤੋਂ ਬਾਅਦ ਮੈਨੂਫੈਕਚਰਿੰਗ ਦੇ ਵਿੱਚ ਲੱਖ ਤੋਂ ਉੱਪਰ ਵੈਕੈਂਸੀਜ਼ ਹੈ। ਟੋਟਲ ਮਿਲਾ ਕੇ ਇਹਨਾਂ 5 ਇੰਡਸਟਰੀਜ਼ ਦੇ ਵਿੱਚ ਤਕਰੀਬਨ 6 ਲੱਖ ਜੌਬਸ ਤਾਂ ਸਿਰਫ ਇਹਨਾਂ ਇੰਡਸਟਰੀਜ਼ ਦੇ ਵਿੱਚ ਐਗਜ਼ਿਸਟ ਕਰ ਰਹੀਆਂ ਹੈਗੀਆਂ। ਸੋ ਜਿੰਨੇ ਵੀ ਦੋਸਤ ਆਏ ਨੇ, ਜਦੋਂ ਵੀ ਤੁਸੀਂ ਵਰਕ ਪਰਮਿਟ ਲੈਣ ਲੱਗੇ ਹੋ, ਤੁਹਾਨੂੰ ਕੋਈ ਜੌਬ ਆਫਰ ਮਿਲ ਰਹੀ ਹੈ, ਆਪਣੇ ਕੰਸਲਟੈਂਟ, ਆਪਣੇ EMPLOYER ਦੇ ਨਾਲ ਇੱਕ ਵਾਰੀ ਜ਼ਰੂਰ ਪੁੱਛਿਆ ਜੇ ਕਿ ਆਪਣੀ ਏਜ ਦੱਸਿਆ ਜੇ, ਆਪਣੀ ਐਜੂਕੇਸ਼ਨ ਦੱਸਿਆ ਜੇ, ਆਪਣੀ IELTS ਦੀ ਕੈਪੇਬਿਲਿਟੀ ਦੱਸਿਆ ਜੇ, ਐਂਡ ਉਸ ਤੋਂ ਹਿਸਾਬ ਨਾਲ ਪੁੱਛਿਆ ਜੇ ਕਿ ਮੈਨੂੰ ਆਹ ਪੋਜੀਸ਼ਨ ਇਸ ਮੇਰੇ ਸਰਕਮਸਟੈਂਸਿਸ ਨੂੰ ਦੇਖਦੇ ਹੋਏ ਮੈਨੂੰ PR ਵਾਸਤੇ ਐਲੀਜੀਬਲ ਕਰਵਾਏਗੀ ਜਾਂ ਨਹੀਂ ਕਰਵਾਏਗੀ। ਇਹ ਜੇ ਕਲੀਅਰ ਨਹੀਂ ਹੋਏਗਾ, ਹੋ ਸਕਦਾ ਕਿ ਤੁਸੀਂ ਕਰ ਵੀ ਲਓ, 2 ਸਾਲ ਬਾਅਦ ਵੀ ਤੁਸੀਂ ਉੱਥੇ ਹੀ ਖੜੇ ਹੋ। ਓਨਟਾਰੀਓ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਮੈਨੀਟੋਬਾ ਦੇ ਵਿੱਚ, ਐਲਬਰਟਾ ਦੇ ਵਿੱਚ ਜਦੋਂ ਵੀ ਤੁਸੀਂ ਜੌਬ ਲੈਣ ਜਾ ਰਹੇ ਹੋ, ਇੱਕ ਵਾਰੀ ਜ਼ਰੂਰ ਕੰਸੀਡਰ ਕਰੋ ਪਿਛਲੇ 2 ਸਾਲਾਂ ਦੇ ਵਿੱਚ ਮੇਰੇ ਟ੍ਰੇਡ ਦੇ ਵਿੱਚ ਜਿਹੜਾ ਮੈਨੂੰ ਜੌਬ ਆਫਰ ਮਿਲ ਰਹੀ, ਇਹਦੇ ਵਿੱਚ ਕੋਈ ਡਰਾ ਆਊਟ ਹੋਇਆ? ਜੇ ਡਰਾ ਆਊਟ ਹੋਇਆ, ਉਹ ਕਿੰਨੇ ਪੁਆਇੰਟ ਤੇ ਆਊਟ ਹੋਇਆ? ਮੈਂ ਕੁਆਲੀਫਾਈ ਕਰੂੰਗਾ ਮੇਰੇ ਸਰਕਮਸਟੈਂਸਿਸ ਨੂੰ ਦੇਖਦੇ ਹੋਏ ਜਾਂ ਨਹੀਂ ਕਰੂੰਗਾ? ਸੋ ਆ ਜੇ ਤੁਸੀਂ ਕਰ ਲੋਗੇ ਤੇ ਤੁਹਾਨੂੰ ਪਿਕਚਰ ਹੋਰ ਕਲੀਅਰ ਹੋ ਜਾਏਗੀ। ਅੱਜ ਦੀ ਤਰੀਕ ਦੇ ਵਿੱਚ ਮੈਂ ਬਾਰ-ਬਾਰ ਕਹੂੰਗਾ ਕਿ ਸੈਸਕੈਚੁਆਨ ਇਜ਼ ਅ ਅਮੇਜ਼ਿੰਗ ਪ੍ਰੋਵਿੰਸ, ਐਟਲਾਂਟਿਕਸ ਆਰ ਅਮੇਜ਼ਿੰਗ ਪ੍ਰੋਵਿੰਸ। ਤੁਹਾਡੀ ਏਜ 40 ਤੋਂ ਉੱਪਰ ਹੈ, 50-55 ਤੋਂ ਥੱਲੇ ਹੈਗੀ ਹੈ, ਤਾਂ ਵੀ ਤੁਸੀਂ ਕੁਆਲੀਫਾਈ ਕਰਦੇ ਹੋ। ਗ੍ਰੇਡ 12 ਕੀਤੀਆਂ ਹੋਈਆਂ ਤਾਂ ਵੀ ਤੁਸੀਂ ਕੁਆਲੀਫਾਈ ਕਰਦੇ ਹੋ। ਰੈਸਟੋਰੈਂਟ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਸਤੇ ਤਿਆਰ ਹੋ, ਹਸਪਿਟੈਲਿਟੀ ਇੰਡਸਟਰੀ ਵਾਸਤੇ ਕੰਮ ਕਰਨ ਵਾਸਤੇ ਤਿਆਰ ਹੋ, ਕੰਸਟਰਕਸ਼ਨ ਦੇ ਵਿੱਚ ਕੰਮ ਕਰਨ ਵਾਸਤੇ ਤਿਆਰ ਹੋ, ਤੇ ਤੁਹਾਡੀ 4 ਬੈਂਡ ਦੇ ਨਾਲ ਉੱਥੇ ਕੰਮ ਕਰਨ ਦੇ ਬਾਅਦ ਐਲੀਜੀਬਿਲਿਟੀ ਬਣ ਜਾਂਦੀ ਹੈਗੀ ਹੈ, ਪ੍ਰੋਵਾਈਡਡ ਤੁਹਾਡਾ EMPLOYER ਵੀ ਕੁਆਲੀਫਾਈਡ ਹੋਵੇ, ਉਹਦੇ ਕੋਲ ਵੀ ਡੈਜ਼ਿਗਨੇਸ਼ਨ ਹੋਵੇ। ਸੋ ਆਹ ਚੀਜ਼ਾਂ ਦਾ ਖਿਆਲ ਜ਼ਰੂਰ ਰੱਖੋ। ਠੀਕ ਹੈ ਜੀ। ਅੱਛਾ ਮਨੂ ਜੀ, ਸਟੂਡੈਂਟਸ ਦੀ ਗੱਲ ਕਰਦੇ ਹਾਂ। ਜਿਹੜੇ ਕਾਫੀ ਸਟੂਡੈਂਟਸ ਇੱਥੇ ਨੇ, ਤੇ ਕੁਦਰਤੀ ਗੱਲ ਹੈ ਵੀ ਉਹਨਾਂ ਨੂੰ ਵੀ ਹੁੰਦਾ ਵੀ ਸਾਡਾ ਕਿਸੇ ਨਾ ਕਿਸੇ ਤਰੀਕੇ ਨਾਲ PR ਜਾਂ ਕੋਈ ਇਸ ਤਰ੍ਹਾਂ ਦੀ ਕੋਈ ਬਣ ਜਾਵੇ। ਸੋ ਜੇ ਟਰੱਕਿੰਗ ਦੀ ਗੱਲ ਕਰੀਏ ਤਾਂ ਸਟੂਡੈਂਟਸ ਲਈ ਟਰੱਕਿੰਗ ਦੇ ਵਿੱਚ ਕੁਝ ਹੈ ਆਪਸ਼ਨਸ? ਬਿਲਕੁਲ ਸਿਮਰਤ ਜੀ, ਅਸੀਂ ਟਰੱਕਿੰਗ ਦੀ ਪਹਿਲੇ ਤਾਂ ਨੌਕ ਕੋਡ ਚੇਂਜ ਹੋ ਗਿਆ, ਹੁਣ ਟੀਅਰ ਨੌਕ B ਦੇ ਵਿੱਚ ਆ ਗਿਆ, ਟੀਅਰ ਉਹਦਾ ਠੀਕ ਹੋ ਗਿਆ। ਸੋ ਉਹਦੇ ਵਿੱਚ ਰਹਿੰਦੇ ਆ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਫਾਈਲ ਲਗਾ ਸਕਦੇ ਹੋ। ਬਟ ਐਕਸਪ੍ਰੈਸ ਐਂਟਰੀ ਦੇ ਵਿੱਚ ਜਦੋਂ ਤੁਸੀਂ ਫਾਈਲ ਲਗਾਣੀ ਹੈਗੀ ਹੈ, ਤੁਸੀਂ ਦੇਖਣਾ ਕਿ ਤੁਹਾਡਾ ਸਕੋਰ ਕਿੰਨਾ ਬਣ ਰਿਹਾ। ਜਿਹੜੇ ਬੱਚੇ ਖਾਸ ਕਰ ਗ੍ਰੇਡ 12 ਕਰਕੇ ਆਏ ਹੋਏ ਨੇ, IELTS ਦੇ ਵਿੱਚ
6 ਬੈਂਡ ਜਾਂ 6.5 ਬੈਂਡ ਲੈ ਲਏ ਉਹਨਾਂ ਨੇ, 1 ਸਾਲ ਕੰਮ ਵੀ ਕਰ ਲਿਆ, ਉਹਨਾਂ ਦਾ ਸਕੋਰ 400 ਤੋਂ ਥੱਲੇ ਰਹੇਗਾ, ਠੀਕ ਹੈ, ਜਾਂ 400 ਦੇ 405 404 ਦੇ ਆਸ-ਪਾਸ ਰਹੇਗਾ। ਸੋ ਹੁਣ ਉਹ ਪੀਆਰ ਕਿਸ ਤਰ੍ਹਾਂ ਹੋਣਗੇ, ਬਿਕੋਜ਼ ਲਾਸਟ ਜਿਹੜਾ ਡਰਾ ਗਿਆ ਉਹ ਤੇ 489 ਤੇ ਗਿਆ ਹੈਗਾ, ਤੇ ਤੁਹਾਡਾ ਆਕੂਪੇਸ਼ਨ ਸਪੈਸਿਫਿਕ ਡਰਾ ਹੀ ਟਰੱਕਿੰਗ ਦਾ ਹੋਏਗਾ ਤਾਂ ਤੁਸੀਂ ਪਿਕ ਹੋਗੇ। ਸੋ ਬੱਚਿਆਂ ਨੂੰ ਇੱਕ ਚੀਜ਼ ਜ਼ਰੂਰ ਕਹੂੰਗਾ, ਇੰਟਰਨੈਸ਼ਨਲ ਸਟੂਡੈਂਟਸ ਖਾਸ ਕਰ ਜੇ ਹੈਗੇ ਹੋ, ICC ਇਮੀਗ੍ਰੇਸ਼ਨ ਦੇ ਕੋਲ ਕੁਝ ਓਪਨਿੰਗਸ ਆਈਆਂ ਹੈਗੀਆਂ। ਇਹ ਓਪਨਿੰਗਸ ਐਟਲਾਂਟਿਕ ਪ੍ਰੋਵਿੰਸਿਸ ਦੀਆਂ, ਬੜੀ ਵੱਡੀ ਕੰਪਨੀ ਹੈਗੀ ਹੈ ਜਿਨ੍ਹਾਂ ਦੇ ਅਕ੍ਰੋਸ ਕੈਨੇਡਾ, ਅਕ੍ਰੋਸ US, ਅਕ੍ਰੋਸ ਨਾਰਥ ਅਮਰੀਕਾ ਰਨਸ ਹੈਗੇ ਨੇ। ਐਂਡ ਉੱਥੇ ਜੇ ਤੁਸੀਂ ਓਪਨ ਵਰਕ ਪਰਮਿਟ ਦੇ ਉੱਤੇ ਹੈਗੇ ਹੋ, AZ ਲਾਇਸੈਂਸ ਹੈਗਾ ਤੁਹਾਡੇ ਕੋਲ, ਤੁਹਾਡਾ ਟਰੈਕ ਕਲੀਨ ਹੈਗਾ ਆ, ਤੁਹਾਡੇ ਕੋਲ US ਦਾ ਵੀਜ਼ਾ ਤੇ ਸੋਨੇ ਤੇ ਸੁਹਾਗਾ ਹੈਗਾ, ਰਾਈਟ ਅਵੇ ਤੁਹਾਡੀ ਇੰਟਰਵਿਊ ਕਰਵਾ ਕੇ ਤੁਸੀਂ ਜੁਆਇਨ ਕਰ ਸਕਦੇ ਹੋ ਇਹਨਾਂ ਕੰਪਨੀਜ਼ ਦੇ ਵਿੱਚ। ਐਂਡ ਕੰਪਨੀਜ਼ ਕੁਆਲੀਫਾਈਡ ਹੈਗੀਆਂ, ਡੈਜ਼ਿਗਨੇਸ਼ਨਸ ਇਹਨਾਂ ਦੇ ਕੋਲ ਪਹਿਲੇ ਹੀ ਹੈਗੀਆਂ, ਰਾਈਟ ਅਵੇ ਤੁਹਾਨੂੰ PNP ਵਾਸਤੇ ਹੈਲਪ ਕਰ ਸਕਦੀਆਂ ਜੇ ਤੁਹਾਡਾ ਪਿਛਲਾ ਐਕਸਪੀਰੀਅੰਸ ਹੈਗਾ। ਜੇ ਨਹੀਂ ਹੈਗਾ ਤਾਂ 1 ਸਾਲ ਕੰਮ ਕਰਨ ਤੋਂ ਬਾਅਦ ਤੁਹਾਡੀ AAP ਦੇ ਵਿੱਚ ਹੈਲਪ ਹੋ ਸਕਦੀ ਹੈ। ਸੋ ਇੰਟਰਨੈਸ਼ਨਲ ਸਟੂਡੈਂਟਸ ਖਾਸ ਕਰ ਜਿਨ੍ਹਾਂ ਨੂੰ ਪਤਾ ਹੈ ਕਿ ਮੇਰੇ ਸਕੋਰ ਘਟਦੇ ਪਏ ਨੇ, ਸੋ ICC ਨਾਲ ਇੱਕ ਵਾਰੀ ਜ਼ਰੂਰ ਕੰਟੈਕਟ ਕਰਨ, ਆਪਣੇ CV ਲੈ ਕੇ, ਆਪਣੇ ਡਰਾਈਵਿੰਗ ਲਾਇਸੈਂਸ ਦੀ ਡਿਟੇਲਸ ਲੈ ਕੇ, ਆਪਣਾ ਐਬਸਟ੍ਰੈਕਟ ਲੈ ਕੇ, ਤਾਂ ਕਿ ਅਸੀਂ ਰਾਈਟ ਅਵੇ ਤੁਹਾਡੀ ਇੰਟਰਵਿਊ ਕਰਵਾ ਦਈਏ ਜੀ। ਬਿਲਕੁਲ ਜੀ, ਤੁਸੀਂ ਦੇਖ ਰਹੇ ਹੋ ਇਮੀਗ੍ਰੇਸ਼ਨ ਗੁਰੂ। ਮੇਰੇ ਨਾਲ ਅੱਜ ਸਟੂਡੀਓ ਵਿੱਚ ਹਾਜ਼ਰ ਨੇ ICC ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ, ਜਿਨ੍ਹਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਇਮੀਗ੍ਰੇਸ਼ਨ ਦੀਆਂ ਵੱਖ-ਵੱਖ ਆਪਸ਼ਨਸ ਜਿਹੜੀਆਂ ਤੁਹਾਡੇ ਲਈ ਪ੍ਰੋਵਾਈਡ ਕਰਦੇ ਨੇ ਜਾਂ ਇਮੀਗ੍ਰੇਸ਼ਨ ਮਹਿਕਮੇ ਵੱਲੋਂ ਤੁਹਾਡੇ ਲਈ ਦਿੱਤੀਆਂ ਜਾਂਦੀਆਂ ਨੇ। ਅੱਛਾ ਮਨੂ ਜੀ, ਆਪਾਂ ਟ੍ਰੇਡਸ ਦੀ ਗੱਲ ਬਹੁਤ ਚਿਰ ਹੋ ਗਿਆ ਨਹੀਂ ਕੀਤੀ, ਟ੍ਰੇਡਸ ਬਾਰੇ ਜ਼ਰੂਰ ਦਰਸ਼ਕਾਂ ਨੂੰ ਦੱਸੋ ਵੀ ਕੀ ਆਪਸ਼ਨਸ ਨੇ ਟ੍ਰੇਡਸ ਦੇ ਵਿੱਚ ਵੀ। ਸਿਮਰਨ ਜੀ, ਜੇ ਅਸੀਂ ਫੈਡਰਲ ਐਕਸਪ੍ਰੈਸ ਐਂਟਰੀ ਦੀ ਗੱਲ ਕਰੀਏ, ਹਾਂਜੀ, ਉਹਦੇ ਵਿੱਚ 3 ਕੈਟੇਗਰੀਜ਼ ਪਿਕ ਹੁੰਦੀਆਂ ਹੈਗੀਆਂ। ਇੱਕ ਤਾਂ ਹੋ ਗਿਆ ਜੀ ਕੈਨੇਡੀਅਨ ਐਕਸਪੀਰੀਅੰਸ ਕਲਾਸ, ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆਏ ਜਾਂ ਜਿਨ੍ਹਾਂ ਨੇ ਇੱਥੇ ਕੰਮ ਕਰ ਲਿਆ ਉਹ ਕੁਆਲੀਫਾਈ ਹੁੰਦੇ ਨੇ CC ਕਲਾਸ ਦੇ ਵਿੱਚ। ਦੂਸਰੀ ਆ ਗਈ ਜੀ ਸਕਿਲਡ ਵਰਕਰ। ਸਕਿਲਡ ਵਰਕਰ ਤੇ ਜਿਹੜੇ ਅਸੀਂ ਪੁਆਇੰਟ ਸਿਸਟਮ ਦੇ ਲੋਕ ਕਹਿੰਦੇ ਸੀਗੇ ਜੀ, ਉਹ ਕੁਆਲੀਫਾਈ ਹੁੰਦੇ ਨੇ। ਮੈਨੇਜਰ ਹੈਗੇ ਹੋ, ਟੀਚਰ ਹੈਗੇ ਹੋ, ਡਾਕਟਰ ਹੈਗੇ ਹੋ, ਇੰਜੀਨੀਅਰ ਹੈਗੇ ਹੋ, ਪ੍ਰੋਫੈਸਰ ਹੈਗੇ ਹੋ, ਕਿਸੇ ਵੀ ਫੀਲਡ ਦੇ ਵਿੱਚ ਹੈਗੇ ਹੋ ਤੁਸੀਂ, ਤੇ ਤੁਸੀਂ ਇਹਦੇ ਵਿੱਚ ਕੁਆਲੀਫਾਈ ਕਰਦੇ ਹੋ। ਹੁਣ ਤੀਜੀ ਕੈਟੇਗਰੀ ਉਹ ਆ ਗਈ ਜਿਹੜੇ ਹੱਥੀਂ ਕੰਮ ਜਾਣਦੇ ਨੇ। ਠੀਕ ਹੈ, ਸ਼ੀਟ ਮੈਟਲ ਵਰਕਰਸ ਹੋ ਗਏ, ਮਕੈਨਿਕਸ ਹੋ ਗਏ, ਪਲੰਬਰਸ ਹੋ ਗਏ, ਇਲੈਕਟ੍ਰੀਸ਼ੀਅਨਸ ਹੋ ਗਏ, ਵੈਲਡਰਸ ਹੋ ਗਏ, ਕਾਰਪੈਂਟਰਸ ਹੋ ਗਏ। ਇਹਦੇ ਵਿੱਚ ਕੰਟਰੈਕਟਰਸ ਵੀ ਕੁਆਲੀਫਾਈ ਕਰਦੇ ਨੇ। ਹੁਣ ਸਿਮਰਤ ਜੀ, ਐਕਸਪ੍ਰੈਸ ਐਂਟਰੀ ਨੇ ਭਾਵੇਂ ਡਰਾ ਨਹੀਂ ਕੀਤਾ, ਬਟ ਪ੍ਰੋਵਿੰਸਸ ਬੜੇ ਐਕਟਿਵ ਹੈਗੇ ਨੇ। ਓਨਟਾਰੀਓ ਨੇ ਵੀ ਰੀਸੈਂਟਲੀ ਜਿਹੜਾ ਡਰਾ ਕੀਤਾ ਹੈਗਾ, 260 ਪੁਆਇੰਟ ਦੇ ਉੱਤੇ ਉਹਨਾਂ ਨੇ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਦਿੱਤਾ। ਸੋ ਜੇ ਤੁਹਾਡੇ ਕੋਲ ਮਕੈਨਿਕ, ਕਾਰਪੈਂਟਰੀ ਟ੍ਰੇਡ ਦਾ, CNC ਪ੍ਰੋਗਰਾਮਰਸ ਦਾ, ਮਸ਼ੀਨਿਸਟ ਦਾ, ਇਹਨਾਂ ਸਾਰਿਆਂ ਦਾ ਟ੍ਰੇਡਸ ਦਾ ਐਕਸਪੀਰੀਅੰਸ ਹੈਗਾ, ਇਟ ਇਜ਼ ਅ ਵੈਰੀ ਗੁੱਡ ਟਾਈਮ ਕਿ ਤੁਸੀਂ ਆਪਣਾ ਪ੍ਰੋਫਾਈਲ ਜ਼ਰੂਰ ਕ੍ਰੀਏਟ ਕਰੋ। ਐਂਡ ਕੱਲਾ ਐਕਸਪ੍ਰੈਸ ਐਂਟਰੀ ਦੇ ਵਿੱਚ ਕ੍ਰੀਏਟ ਨਾ ਕਰੋ, PNPs ਦੇ ਵਿੱਚ ਵੀ ਕ੍ਰੀਏਟ ਕਰੋ, ਬਿਕੋਜ਼ ਆਹ ਵੇਲੇ ਜਿਹੜਾ ਡਰਾ ਹੋਇਆ ਵਿਦਆਊਟ ਜੌਬ ਆਫਰ 260 ਤੇ ਇਨਵੀਟੇਸ਼ਨ ਦਿੱਤੇ ਗਏ ਨੇ ਸਮਝ ਜੀ। ਸੋ ਇੱਕੋ ਹੀ ਚੀਜ਼ ਕਿ ਇਸ ਟਾਈਮ ਤੇ ਦਿਸ ਇਜ਼ ਅ ਵੈਰੀ ਗੁੱਡ ਟਾਈਮ ਜੇ ਤੁਸੀਂ ਹੱਥੀਂ ਕੰਮ ਜਾਣਦੇ ਹੋ, ਟ੍ਰੇਡਸ ਨਾਲ ਤੁਹਾਡਾ ਤਾਲੁਕ ਹੈਗਾ, ਟੂ ਕ੍ਰੀਏਟ ਯੋਰ ਪ੍ਰੋਫਾਈਲ। ਐਂਡ ਇਨਫੋਰਮੇਸ਼ਨ ਲੈਣ ਵਾਸਤੇ ਕਿਸੇ ਕੰਸਲਟੈਂਟ ਲਾਇਰ ਨਾਲ ਸੰਪਰਕ ਕਰੋ। ਐਂਡ ਨਾਲ ਦੀ ਨਾਲ ਸਿਮਰਤ ਜੀ, ਇਹਦੇ ਵਿੱਚ ਈਵਨ ਹੈਲਥ ਕੇਅਰ ਦੇ ਵਿੱਚ ਤੁਹਾਡਾ ਹੈਗਾ। ਹੈਲਥ ਕੇਅਰ ਦੇ ਵਿੱਚ ਤੁਸੀਂ ਡਾਕਟਰ ਹੈਗੇ ਹੋ, ਫਿਜ਼ੀਸ਼ੀਅਨਸ ਹੈਗੇ ਹੋ, ਡਰਮੇਟੋਲੋਜਿਸਟ ਹੈਗੇ ਹੋ, ਕਾਰਡੀਓਲੋਜਿਸਟ ਹੈਗੇ ਹੋ, ਨਰਸਿੰਗ ਬੈਕਗਰਾਊਂਡ ਤੋਂ ਹੈਗੇ ਹੋ, ਈਵਨ ਨਰਸ ਆਰਡਲੀਜ਼ ਦੇ ਤੌਰ ਤੇ ਕੰਮ ਕੀਤਾ ਹੋਇਆ, ਮਤਲਬ PSWs ਵੀ ਕੰਮ ਕੀਤਾ ਹੋਇਆ, ਤਾਂ ਵੀ ਤੁਸੀਂ ਕੁਆਲੀਫਾਈ ਕਰ ਸਕਦੇ ਹੈਗੇ ਹੋ। ਐਂਡ ਡੈਂਟਿਸਟ ਹੈਗੇ ਹੋ, ਮਤਲਬ 3600 ਆਕੂਪੇਸ਼ਨ ਹੈਲਥ ਕੇਅਰ ਦੇ ਵਿੱਚ ਐਗਜ਼ਿਸਟ ਕਰਦੇ ਪਏ ਨੇ। ਇਹਦੇ ਨਾਲ IT ਸੈਕਟਰ, ਸੌਫਟਵੇਅਰ ਸੈਕਟਰ, ਥੀਸ ਆਰ ਦਾ 3 ਕੈਟੇਗਰੀਜ਼ ਜਿਨ੍ਹਾਂ ਦੇ ਉੱਤੇ 2023 ਦੇ ਵਿੱਚ ਫੋਕਸ ਰਹਿਣ ਵਾਲਾ ਹੈਗਾ। ਸੋ ਆਪਣੇ ਪ੍ਰੋਫਾਈਲ ਜ਼ਰੂਰ ਕ੍ਰੀਏਟ ਕਰੋ, ਹੋ ਸਕਦਾ ਘੱਟ ਸਕੋਰ ਦੇ ਨਾਲ ਵੀ ਤੁਹਾਡੀ ਐਪਲੀਕੇਸ਼ਨ ਪਿਕ ਹੋ ਜਾਵੇ। ਬਿਲਕੁਲ ਜੀ। ਅੱਛਾ ਮਨੂ ਜੀ, ਜਾਣਦੇ ਜਾਂਦੇ ਆਪਾਂ ਹਮੇਸ਼ਾ ਹੀ ਗੱਲ ਕਰਦੇ ਹਾਂ ਵੈਸੇ ਹਰ ਐਪੀਸੋਡ ਦੇ ਵਿੱਚ, ਵਿਜ਼ਟਰ ਟੂ ਵਰਕ ਪਰਮਿਟ ਜਿਹੜੀ ਆਪਸ਼ਨ ਹੈ ਉਹਦੇ ਬਾਰੇ ਵੀ ਦਰਸ਼ਕਾਂ ਨੂੰ ਜ਼ਰੂਰ ਦੱਸੋ। ਬਿਲਕੁਲ ਸਿਮਰਤ ਜੀ, ਆਪਾਂ ਪਬਲਿਕ ਪਾਲਿਸੀ ਦੀ ਗੱਲ ਕਰ ਲਈ ਕਿ ਪਬਲਿਕ ਪਾਲਿਸੀ ਐਕਸਟੈਂਡ ਹੋ ਗਈ ਹੈ, ਬਟ ਜਿੰਨੇ ਵੀ ਦੋਸਤ ਸਾਡੇ ਵਿਜ਼ਿਟ ਵੀਜ਼ਾ ਤੇ ਆਏ ਹੋਏ ਨੇ, ਇਹ ਉਹਨਾਂ ਨੂੰ ਗੋਲਡਨ ਓਪਰਚੁਨਿਟੀ ਸਮਝਣਾ ਚਾਹੀਦਾ ਕਿ ਆ ਜਿਹੜੀ 2 ਸਾਲ ਦੀ ਐਕਸਟੈਂਸ਼ਨ ਦਿੱਤੀ ਹੈ, ਇਹਦਾ ਐਡਵਾਂਟੇਜ ਲਓ। ਐਂਡ ਖਾਸ ਕਰ ਜਿਹੜੇ ਵਿਜ਼ਟਰ ਆਏ ਨੇ, ਵੇਟ ਨਾ ਕਰੋ 1 ਮਹੀਨਾ 2 ਮਹੀਨਾ 3 ਮਹੀਨੇ ਐਕਸਪਲੋਰ ਨਾ ਕਰੋ ਕਿ ਆਪਣੇ ਆਪ ਨੂੰ ਮਾਰਕੀਟ ਕਰਕੇ ਕੀ ਕਹਿੰਦੇ ਆ ਉਹ ਵਾਟਰ ਟੈਸਟ ਨਾ ਕਰੋ। ਰਾਈਟ ਅਵੇ ਜਿਹੜਾ EMPLOYER ਹੱਥ ਫੜਾਉਂਦਾ ਉਹਦਾ ਹੱਥ ਫੜ ਲਓ। ਬਟ ਇੱਕ ਚੀਜ਼ ਜ਼ਰੂਰ ਦੇਖ ਲਓ ਕਿ ਮੈਂ PR ਕੁਆਲੀਫਾਈ ਹੋਊਂਗਾ ਜਾਂ ਨਹੀਂ ਹੋਊਂਗਾ। ਅੱਜ ਦੀ ਤਰੀਕ ਦੇ ਵਿੱਚ ਸਾਡੇ ਕੋਲ ਵੀ ਕੁਝ ਓਪਨਿੰਗਸ ਹਸਪਿਟੈਲਿਟੀ ਸੈਕਟਰ ਦੀਆਂ ਹੈਗੀਆਂ। ਜੇ ਤੁਸੀਂ ਐਡਵਾਂਟੇਜ ਲੈਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਸਾਨੂੰ ਜ਼ਰੂਰ ਸੰਪਰਕ ਕਰੋ, ਤੁਹਾਡੀ ਇੰਟਰਵਿਊ ਕਰਵਾਵਾਂਗੇ। ਇਫ ਇਟ ਗੋਜ਼ ਥਰੂ ਯੂ ਕੈਨ ਸਟਾਰਟ ਰਾਈਟ ਅਵੇ ਐਂਡ 1 ਸਾਲ ਕੰਮ ਕਰਨ ਤੋਂ ਬਾਅਦ ਤੁਸੀਂ PNP ਵਾਸਤੇ ਕੁਆਲੀਫਾਈ ਕਰ ਜਾਓਗੇ, ਬਿਕੋਜ਼ EMPLOYER ਡੈਜ਼ਿਗਨੇਟਿਡ ਹੈਗਾ ਨਾ। ਇੱਥੇ ਇੱਕ ਚੀਜ਼ ਮੈਂ ਹੋਰ ਸਿਮਰਤ ਜੀ ਜ਼ਰੂਰ ਐਡ ਕਰਨੀ ਹੈਗੀ ਹੈ ਕਿ ਪਿਛਲਾ ਐਕਸਪੀਰੀਅੰਸ ਬੇਸਿਕ ਜੌਬਸ ਦੇ ਵਿੱਚ ਮੈਟਰ ਨਹੀਂ ਕਰਦਾ। ਠੀਕ ਹੈ, ਪਿੱਛੇ ਤੁਸੀਂ ਕੀ ਕਰ
ਕਰਦੇ ਆਏ ਹੋ ਆਪਣੇ ਵਿਜ਼ਿਟ ਵੀਜ਼ਾ ਦੇ ਵਿੱਚ ਕੀ ਲਗਾਇਆ ਸੀਗਾ, ਬਿਕੋਜ਼ ਜਦੋਂ ਕੋਈ ਨੌਕ ਬੀ ਦੇ ਵਿੱਚ ਜਾਂਦੇ ਹੈਗੇ ਹੋ, ਨੌਕ ਏ ਦੇ ਵਿੱਚ ਜਾਂਦੇ ਹੋ, ਉਦੋਂ ਆਫੀਸਰ ਜ਼ਰੂਰ ਦੇਖਦਾ ਕਿ ਪਿਛਲਾ ਐਕਸਪੀਰੀਅੰਸ ਤੇ ਇਸ ਇੰਡਸਟਰੀ ਦਾ ਹੈਗਾ, ਆ ਨਵੀਂ ਇੰਡਸਟਰੀ ਦੇ ਵਿੱਚ ਤੂੰ ਕਿਸ ਤਰ੍ਹਾਂ ਕੰਮ ਕਰੇਗਾ, ਤੈਨੂੰ ਕਿਸੇ ਨੇ ਕਿਉਂ ਜੌਬ ਆਫਰ ਦੇਤੀ। ਸੋ ਜਿਹੜੇ ਬੇਸਿਕ ਜੌਬਸ ਹੈਗੀਆਂ, ਕੰਸਟਰਕਸ਼ਨ ਹੈਲਪਰ ਦੀਆਂ ਜੌਬਸ ਹੈਗੀਆਂ, ਉਹਦੇ ਵਿੱਚ ਕੋਈ ਸਕਿੱਲ ਸੈੱਟ ਦੀ ਲੋੜ ਨਹੀਂ ਹੈਗੀ। ਕਿਚਨ ਹੈਲਪਰ ਦੀ ਲੋੜ ਜੌਬ ਹੈਗੀ ਹੈ, ਕੋਈ ਸਕਿੱਲ ਸੈੱਟ ਦੀ ਲੋੜ ਨਹੀਂ ਹੈਗੀ, ਤੁਸੀਂ ਰਾਈਟ ਅਵੇ ਸਿੱਖ ਸਕਦੇ ਹੋ ਕੁਝ ਇੱਕ ਦਿਨਾਂ ਦੇ ਵਿੱਚ, ਕੁਝ ਇੱਕ ਵੀਕਸ ਦੇ ਵਿੱਚ। ਇਸੇ ਤਰ੍ਹਾਂ ਹਾਊਸਕੀਪਿੰਗ ਦੀਆਂ ਜੌਬਸ ਹੈਗੀਆਂ, ਤੁਹਾਨੂੰ ਰਾਈਟ ਅਵੇ ਹੈਲਪ ਕਰ ਸਕਦੀਆਂ। ਫਾਰਮ ਵਰਕਰ ਦੀਆਂ, ਫਾਰਮ ਲੇਬਰ ਦੀਆਂ ਜੌਬਸ ਹੈਗੀਆਂ, ਰਾਈਟ ਅਵੇ ਕੁਆਲੀਫਾਈ ਕਰ ਸਕਦੇ ਹੋ। ਸੋ ਇਹਦੇ ਵਿੱਚ ਕੋਈ ਸਕਿੱਲ ਸੈੱਟ ਨਾ ਵੀ ਹੋਵੇ, ਐਮਪਲੋਇਰ ਟ੍ਰੇਨ ਕਰਨ ਵਾਸਤੇ ਤਿਆਰ ਹੈ ਤੇ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਐਂਡ ਜ਼ਿਆਦਾ ਦਿਨ ਵੇਟ ਨਾ ਕਰੋ, ਜਦੋਂ ਵੀ ਵਿਜ਼ਿਟ ਵੀਜ਼ਾ ਤੇ ਆਏ ਰਾਈਟ ਅਵੇ ਇਨਫੋਰਮੇਸ਼ਨ ਲੈ ਕੇ, ਨਹੀਂ ਤਾਂ ਆਫਿਸਰ ਜਦੋਂ ਪੋਰਟ ਆਫ ਐਂਟਰੀ ਤੇ ਤੁਸੀਂ ਜਾਂਦੇ ਹੋ ਫਲੈਗ ਪੋਲਿੰਗ ਵਾਸਤੇ, ਉੱਥੇ ਤੁਹਾਨੂੰ ਬਹੁਤ ਸਵਾਲ ਕੀਤੇ ਜਾਂਦੇ ਨੇ ਤੇ ਤੁਹਾਨੂੰ ਜੌਬ ਕਿਸ ਤਰ੍ਹਾਂ ਮਿਲੀ, ਇੰਨੇ ਦਿਨ ਕਿਉਂ ਵੇਟ ਕੀਤੀ, ਤੁਸੀਂ ਇੱਥੇ ਕਿਸ ਤਰ੍ਹਾਂ ਗਏ ਸੀ, ਉਸ ਤਰ੍ਹਾਂ। ਸੋ ਉਹਦੇ ਵਾਸਤੇ ਤੁਹਾਨੂੰ ਮੈਂਟਲੀ ਪ੍ਰਿਪੇਅਰ ਹੋਣਾ ਪਏਗਾ ਜੀ। ਬਿਲਕੁਲ ਜੀ। ਮਨੂ ਜੀ, ਜਾਣ ਤੋਂ ਪਹਿਲਾਂ ਇੱਕ ਵਾਰ ਆਪਣਾ ਸੰਪਰਕ ਨੰਬਰ ਜ਼ਰੂਰ ਦਰਸ਼ਕਾਂ ਨਾਲ ਸਾਂਝਾ ਕਰਿਓ। ਬਿਲਕੁਲ ਸਿਮਰਨ ਜੀ, ਸਾਡਾ ਹੈੱਡ ਆਫਿਸ ਮਿਸਿਸਾਗਾ ਦੇ ਵਿੱਚ ਹੈਗਾ ਜੀ, 1137 1137 ਡੇਰੀ ਰੋਡ ਈਸਟ। ਫੋਨ ਨੰਬਰ ਹੈਗਾ ਜੀ 905 461 2424 905 461 2424। WhatsApp ਨੰਬਰ ਹੈਗਾ 647 850 9000 647 850 9000। ਐਂਡ ਈਮੇਲ ਆਈਡੀ ਹੈਗਾ info@iccimmigration.ca info@iccimmigration.ca। ਇਮੀਗ੍ਰੇਸ਼ਨ ਦੀ ਕੋਈ ਵੀ ਐਡਵਾਈਸ ਲੈਣਾ ਚਾਹੁੰਦੇ ਹੋ ਤਾਂ ਇੱਕ ਵਾਰੀ RDMD ICC ਇਮੀਗ੍ਰੇਸ਼ਨ ਦੀ ਟੀਮ ਨੂੰ ਜ਼ਰੂਰ ਸੰਪਰਕ ਕਰੋ। 16 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਸਾਨੂੰ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋਏ, ਐਂਡ ਵੀ ਆਰ ਅ ਟੀਮ ਦੈਟ ਇਜ਼ ਨੋਨ ਫॉर ਕ੍ਰਿਸਟਲ ਕਲੀਅਰ ਐਂਡ ਟਰਾਂਸਪੇਰੈਂਟ ਐਡਵਾਈਸ। ਸੋ ਜਿਹੜੀ ਚੀਜ਼ ਹੁੰਦੀ ਹੋਵੇਗੀ ਦੱਸਾਂਗੇ, ਜਿਹੜੀ ਚੀਜ਼ ਨਹੀਂ ਹੁੰਦੀ ਹੋਵੇਗੀ ਉਹ ਵੀ ਤੁਹਾਨੂੰ ਦੱਸਾਂਗੇ। ਟਾਈਮ ਤੇ ਪੈਸਾ ਖਰਾਬ ਨਾ ਕਰੋ। ਬਿਲਕੁਲ ਜੀ। ਮਨੂ ਜੀ, ਅੱਜ ਸਟੂਡੀਓ ਵਿੱਚ ਆਉਣ ਲਈ ਤਾਂ ਸਾਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸਿਮਰ ਜੀ। ਤੁਸੀਂ ਦੇਖ ਰਹੇ ਸੀ ਇਮੀਗ੍ਰੇਸ਼ਨ ਗੁਰੂ। ਅਗਲੇ ਹਫਤੇ ਫਿਰ ਤੁਹਾਡੇ ਲਈ ਨਵੀਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।